लोगों दी कमजोरियां फड़ियां अपनी जगह ठीक है बिल्कुल भाने ना जाए छोड़ देंगे बहुत संपे जी जी सर जय हिंद जी सत श्री अकाल। हमसे कहा कि साहब तुम रोज कह रहे 450 की डाक जा रही है, ठीक है जी 450 पर्ची जा रही है, हम कैसे मांगे 450 जा रही है, बात उनकी सही है। कौन देख रहा 450 में 350 ही गई हूँ। मैंने ये बात सोची कि इसका समाधान क्या, लोगों ने क्वेश्चन उठा दिया भाई तुम्हारी नियत पर बोल रहे 450 नहीं जा रही, तुम 400 दे लो, 50 पर्ची तुम अपने सज्जन बेटे किसी को दे दो। मैंने उसके लिए क्या करा, जितनी कंप्यूटर में रोज पर्ची जारी थी उनकी लिस्ट लगानी शुरू कर दी। जिम्मेदार और 1 नंबर से लेकर 450 मिल लो है या नहीं, तो फार्मर का है, खुली लिस्ट यहाँ लगानी शुरू कर दी। जब लिस्ट लगनी शुरू करी फिर तो मुद्दा खत्म हो गया, 450 मिली पर्ची। इनका नाम भी उठा, मुझे किसी ने कहा था भाई उन्हें पर्ची स्पेशल यही बैठे सामने। आदमी इंसान अपनी बात कैसे करेगा, कोई प्रमाण हो जैसे क्या है कि जरूर है। आप परिवार के 4 मेंबर, आप चारों अपने नाम का रहना गन्ना करा सकते हैं कि धरने लगे। धरने में एक आदमी को उसका श्रेय मिल गया, बाकी का की फिर पार्टी में चले गए। जब आदमी ऊपर गया कोई भी, तो निश्चित बात है जो मेन आदमी उसी की तरफ नजर रहेगी। कोई भी व्यक्ति है वो अपने धंधे को एक नाम पे भी करवा सकता है, 2 नामों पे भी करवा सकता है। लाके जाना पड़ा हो जाके बस कर अगे ना जी भाजी। किसान मजदूर एकता जिंदाबाद, किसान मजदूर एकता जिंदाबाद। ओके जी ਤੁਸੀਂ ਹਾਂਜੀ ਅੱਜ ਤੁਸੀਂ ਕੀ ਸ਼ੂਗਰ ਮਿਲ ਆਏ ਇਕੱਠੇ ਹੋ ਕੇ ਕੀ ਗੱਲ ਕੀ ਹੈ? ਅਸੀਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਦੂਜੀ ਮੀਟਿੰਗ ਜੀਐਮ ਸਾਹਿਬ ਨਾਲ ਕਰਨ ਆਏ। ਪਹਿਲਾਂ ਵੀ ਅਸੀਂ ਇੰਟੀਮੇਸ਼ਨ ਦੇ ਕੇ ਗਏ ਹਾਂ ਕਿ ਜਿਹੜਾ ਸ਼ੂਗਰ ਕੇਨ ਐਕਟ ਦੇ ਅਕੋਰਡਿੰਗਲੀ 14 ਦਿਨ ਤੋਂ ਬਾਅਦ 15ਵੇਂ ਦਿਨ ਸਾਡੇ ਕਿਸਾਨ ਭਰਾਵਾਂ ਨੂੰ ਇਹਦੀ ਪੇਮੈਂਟ ਮਿਲਣੀ ਚਾਹੀਦੀ ਹੈ ਤੇ ਉਹਦੇ ਅਗੇਂਸਟ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਬਿੱਲ ਵੀ ਦਾਇਰ ਕੀਤੀ ਹੋਈ ਹੈ। ਗੁਰੂ ਨਾਨਕ ਸੇਵਾ ਸੁਸਾਇਟੀ ਵੱਲੋਂ ਤੇ ਦਾਸ ਵੱਲੋਂ ਹੋਣ ਵਾਲਾ ਸਾਰਿਆਂ ਨੂੰ ਪੇਮੈਂਟ ਦੀ ਜਲਦੀ ਕੀਤੀ ਜਾਵੇ। ਅੱਜ BKU ਕਾਦੀਆਂ ਵੱਲੋਂ ਅਸੀਂ ਮਿਲ ਮੈਨੇਜਮੈਂਟ ਨਾਲ ਗੱਲ ਕਰਨ ਆਏ ਸੀ GM ਸਾਹਿਬ ਦੇ ਨਾਲ ਕਿ ਜਿਹੜੀ ਸਾਡੀ ਮਿਲ ਦੀ ਪੇਮੈਂਟ ਜਿੰਨੀ ਲੇਟ ਹੋ ਰਹੀ ਆ 14 ਤੋਂ ਅੱਜ 40 ਦਿਨ ਤੱਕ ਪਹੁੰਚ ਗਈ ਹੈ, ਕਿਰਪਾ ਕਰਕੇ ਉਹਨੂੰ ਸੁਹਿਰਦ ਢੰਗ ਨਾਲ ਜਲਦੀ ਕੰਪਲੀਟ ਕਰਕੇ ਤੇ ਸਾਡੇ ਕਿਸਾਨਾਂ ਦੇ ਪੇਮੈਂਟ ਕਲੀਅਰ ਕਰਕੇ ਤੇ ਉਹਨਾਂ ਦੇ ਖਰਚੇ ਬਹੁਤ ਵਧੇ ਪਏ ਆ। ਤੇ ਉਹਦੇ ਵਿੱਚ ਸਾਨੂੰ ਆਣ ਕੇ ਇੱਕ ਹੋਰ ਬਹੁਤ ਗੱਲਾਂ ਪਤਾ ਲੱਗੀਆਂ ਕਿ ਸੈਂਟਰ ਗੌਰਮੈਂਟ ਵੱਲੋਂ ਇਹਨਾਂ ਨੂੰ 1-2-3 ਲੈਟਰ ਨਿਕਲੇ ਆ ਕਿ MSP ਤੋਂ ਥੱਲੇ ਤੁਸੀਂ ਖੰਡ ਨਹੀਂ ਵੇਚ ਸਕਦੇ। ਦੇਖੋ ਸਰਕਾਰ ਨੂੰ ਖੰਡ ਦੀ MSP ਦਾ ਫਰਕ ਦਾ ਪਤਾ, ਕਿਸਾਨਾਂ ਦੀ MSP ਦਾ ਨਹੀਂ ਪਤਾ। ਖੰਡ ਨਹੀਂ ਵੇਚ ਸਕਦੇ। ਮਿਲ ਮੈਨੇਜਮੈਂਟ ਕਹਿੰਦੀ ਆ ਕਿ ਖੰਡ ਵਿਕਣ ਤੇ ਹੀ ਅਸੀਂ ਜੇ ਸਾਡੀ ਖੰਡ ਪ੍ਰੋਪਰ ਵਿਕਦੀ ਆ ਤੇ ਅਸੀਂ ਗੰਨਾ ਪੇਮੈਂਟ ਕਰ ਸਕਦੇ ਆ। ਤੇ ਨਾਲ ਹੀ ਸੈਂਟਰ ਗੌਰਮੈਂਟ ਦਾ ਇੱਕ ਸਰਕੂਲਰ ਇਹਨਾਂ ਨੂੰ ਹੋਰ ਆਇਆ ਕਿ ਤੁਸੀਂ 1 ਮਹੀਨੇ ਦੇ ਵਿੱਚ ਇਹਦੇ ਤੋਂ ਵੱਧ ਖੰਡ ਨਹੀਂ ਵੇਚ ਸਕਦੇ। ਤੇ ਇਹਦਾ ਮਤਲਬ 12 ਮਹੀਨੇ ਖੰਡ ਵੇਚਣਗੇ ਤੇ 12 ਮਹੀਨੇ ਬਾਅਦ ਕਿਸਾਨ ਦੇ ਸੁੱਤੇ ਹੋਏ ਗੰਨੇ ਦੀ ਪੇਮੈਂਟ ਸਾਨੂੰ 12 ਮਹੀਨੇ ਲੇਟ ਮਿਲੇਗੀ। ਇੱਥੇ ਆ ਸਾਡੇ ਅਸੀਂ ਇਹ ਜਿਹੜੀਆਂ ਸਾਡੀਆਂ 2 ਪ੍ਰੋਬਲਮ ਨੋਟਿਸ 'ਚ ਆਈਆਂ, ਇਹ ਸੰਯੁਕਤ ਕਿਸਾਨ ਮੋਰਚੇ ਨੂੰ ਅਸੀਂ ਹਰਮੀਤ ਸਿੰਘ ਕਾਦੀਆਂ ਨੂੰ ਭੇਜਾਂਗੇ ਦਿੱਲੀ ਤੇ ਉੱਥੇ ਉਠਾਈਆਂ ਜਾਣਗੀਆਂ ਤੇ ਨਰਿੰਦਰ ਤੋਮਰ ਦੇ ਨਾਲ ਇਸ ਵਿਸ਼ੇ ਤੇ ਵੀ ਗੱਲ ਹੋਏਗੀ ਕਿ ਇਕੱਲੇ ਸਾਡੇ ਕਣਕ ਝੋਨੇ ਤੇ ਡਾਕਾ ਮਾਰਨ ਦੇ ਨਾਲ ਅਸੀਂ ਆਪਣੇ ਗੰਨੇ ਦੇ ਵੀ ਡਾਕਾ ਵੱਜਣ ਨਹੀਂ ਦੇਣਾ। ਤੇ ਇਸ ਵਿਸ਼ੇ ਤੇ ਅਸੀਂ ਅੱਜ ਆਏ ਆ ਤੇ ਆਸ਼ਵਾਸਨ ਦਿੱਤਾ ਕਿ ਇਹਨਾਂ ਦੀ ਜਿਹੜੀ ਪੇਮੈਂਟ ਲੇਟ ਹੋ ਰਹੀ ਆ ਉਹ ਇਹ ਲੋਨ ਅਪਲਾਈ ਕੀਤਾ ਹੋਇਆ ਵਿਦਨ ਕਹਿੰਦੇ 10 ਦਿਨ ਦੇ ਵਿੱਚ ਲੋਨ ਆ ਜਾਏਗਾ ਤੇ ਜਿਹੜੀ 40 ਦਿਨ ਲੇਟ ਪੇਮੈਂਟ ਉਹ ਕਲੀਅਰ ਕਰ ਦਿੱਤੀ। ਅੱਜ ਤੁਸੀਂ ਕਿਸਾਨ ਦੇ ਸ਼ੂਗਰ ਮਿਲ ਦੇ ਵਿੱਚ ਆਏ, ਕੀ ਕਹਿਣਾ ਚਾਹੁੰਦੇ ਜੀ, ਕਿਹੜੀ ਮੁੱਦੇ ਲੈ ਕੇ? ਅੱਜ ਅਸੀਂ ਸਾਰੇ ਹੀ ਸਾਡੀ ਜਿਹੜੀ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਉਹ ਸਾਰੇ ਹੀ ਸਾਡੇ ਜਿਹੜੇ ਕਾਦੀਆਂ ਮੀਟਿੰਗ ਆ ਸਾਡੀ ਉਹ ਅਸੀਂ ਮਿਲਣਾ ਕਰਨ ਆਏ ਆ। ਜਿਹੜੀ ਕਿਸਾਨਾਂ ਨੂੰ ਪੇਮੈਂਟ ਦੀ ਪ੍ਰੋਬਲਮ ਆ ਰਹੀ ਹੈ, ਕਿਉਂ ਅਸੀਂ ਅੱਗੇ ਵੀ ਯੂਨੀਅਨ ਵੱਲੋਂ ਮੀਟਿੰਗ ਕਰਕੇ ਗਈ ਸੀ GM ਸਾਹਿਬ ਨਾਲ। ਉਹਨਾਂ ਸਾਨੂੰ ਇਹ ਭਰੋਸਾ ਦਵਾਇਆ ਸੀ ਕਿ ਇਹ ਜਿਹੜੀ ਮਿਲ ਹੈ ਦੀ ਪੇਮੈਂਟ ਹੈ ਤੁਹਾਡੀ ਇਹ ਅਸੀਂ ਪੂਰੀ ਜਿਹੜੀ 14 ਦਿਨ ਦੀ ਆ ਉਹ ਅਸੀਂ ਕਰਵਾ ਦੇਵਾਂਗੇ, ਪਰ ਉਹਦੇ ਥੋੜ੍ਹਾ ਜਿਹਾ ਗੈਪ ਵੱਧ ਗਿਆ। ਅੱਜ ਸਾਨੂੰ GM ਸਾਹਿਬ ਨੇ ਬਹੁਤ ਭਰੋਸਾ ਦਵਾਇਆ ਕਿ ਇਹ 15 ਦਿਨ ਤੱਕ ਇਹ ਜਿਹੜੀ ਤੁਹਾਡੀ ਪੇਮੈਂਟ ਲੇਟ ਹੈ ਇਹ ਅਸੀਂ 15 ਦਿਨ ਦੇ ਵਿੱਚ ਜਿਹੜੀ ਆ ਸਾਡਾ ਲੋਨ ਸੈਂਕਸ਼ਨ ਹੋ ਜਾਏਗਾ ਤੇ ਅਸੀਂ ਉਹ ਜਿਹੜੀ ਲੋਨ ਹੈ 15 ਦਿਨ ਦੇ ਵਿੱਚ ਉਹ ਅਸੀਂ ਜਿਹੜੀ ਤੁਹਾਡੀ ਹੈ ਰੈਗੂਲਰ ਕਰ ਦਿਆਂਗੇ। ਬਾਕੀ ਹੋਰ ਵੀ GM ਸਾਹਿਬ ਨੇ ਇੱਕ ਸਾਨੂੰ ਦੱਸੀ ਹੈ ਗੱਲ, ਉਹਨਾਂ ਕਿਹਾ ਪਿਛਲੇ ਸਾਲ ਦੀ ਕਿਸੇ ਦੀ ਵੀ ਜੇ ਕੋਈ ਪੇਮੈਂਟ ਬਾਕਾ ਆ
ਤੇ ਉਹ ਸਾਡੇ ਕੋਲ ਆਣ ਕੇ ਤੇ ਉਹ ਆਣ ਕੇ ਬਿਲਕੁਲ ਸਾਡੇ ਕੋਲ ਕੈਸ਼ ਵੀ ਪੇਮੈਂਟ ਲੈ ਸਕਦਾ। ਕਿਸੇ ਦਾ ਪਿਛਲੇ ਸਾਲ ਦਾ ਬਕਾਇਆ ਜਿਹੜਾ ਉਹ ਨਹੀਂ ਰਿਹਾ। ਠੀਕ ਹੈ ਜੀ, ਓਕੇ। ਤੁਹਾਡੇ ਕੋਲ ਅੱਜ ਕਿਸਾਨ ਆਇਆ ਗੰਨੇ ਦੀ ਪੇਮੈਂਟ ਨੂੰ ਲੈ ਕੇ, ਕੀ ਕਹਿਣਾ ਚਾਹੁੰਦੇ ਤੁਸੀਂ? ਜਿਹੜੀ ਪੇਮੈਂਟ ਕਹਿੰਦੇ ਜਿਹੜੇ ਬਕਾਇਆ ਰਾਸ਼ੀ ਰਹਿੰਦੀ ਹੈ। आज एक जिम्मेदार भाइयों का जत्थेबंदी संयुक्त किसान मोर्चा भारतीय किसान यूनियन करीब लगभग मेरे पास 11:30 बजे करीब पहुंचे। काफ़ी सद्भावपूर्ण माहौल में बातचीत हुई। बातचीत होने के बाद दो तरह के इशू आए। एक तो ये है कि जो मैनेजमेंट की डेली वर्किंग है उससे करीब अधिकांश जिम्मेदार संतुष्ट हैं। हमने अपनी फैक्ट्री की जो कार्य प्रणाली है उसमें अच्छा रखा है। जिम्मेदार अपना गन्ना सही तरीके से बेच सके, सही तरीके से उसको पर्ची मिले। एक इशू हमारे साथ जो जुड़ा हुआ जिसमें लगभग 100 करोड़ का गन्ने का पेमेंट हमारा बाकी है। लगभग 40 दिन का पेमेंट हमारा पेंडिंग है, जिसमें 14 दिन बाद हमारा एज पर गवर्नमेंट के नियम के हिसाब से दे देना चाहिए। इसके लिए मूल जो कारण है वो चीनी का रेट घटना। 31 रुपये चीनी का रेट है, क्योंकि हमारा उद्योग मेजर उद्योग जो है चीनी बना के जिम्मेदार भाइयों का गन्ने का पेमेंट करना है। और जो पैसे का अर्जन है, जो पैसे का जो पैसा निकलता है चीनी, मेजर चीनी का पार्ट बेचने के बाद निकलता है, जिसको हम जिम्मेदार के खाते में ट्रांसफ़र करते हैं। लेकिन इसका विकल्प मैनेजमेंट इसके लिए हमारे फैक्ट्री के मालिक लोग, मैनेजमेंट लोग इस बात के लिए चिंता में है कि हम यदि गन्ने का पेमेंट नहीं करेंगे तो कहीं ना कहीं जिम्मेदार परेशान ना हो और गन्ने का रकबा ना घटे। इसके लिए हमने संबंधित बैंक में अपना लोन अप्लाई करा है और लोन की जानकारी लेने के बाद बारीकी से बैंकों के अधिकारी से उन्होंने अपनी डेट अधिकांश ज़्यादा से ज़्यादा, हमने क्योंकि इसमें ये डेट नहीं रखी, दोबारा जिम्मेदार इस बात को लेकर आए, अधिकांश 25 तारीख तक हमारा ये लोन सैंक्शन हो जाएगा। और हम ये कोशिश हमारी रहेगी कि जो 14 दिन और 40 दिन के बीच का गैप है इसे हम पूरा कर दें। ਹਾਂਜੀ, ਇੱਥੇ ਨਾਲੇ ਇਹਨਾਂ ਤੁਹਾਨੂੰ ਇੱਕ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਲਿਖਿਆ ਪਿਆ ਤੁਸੀਂ ਕੀ ਕਹਿੰਦੇ ਜਿਹੜੀਆਂ ਪਰਚੀਆਂ ਆ ਉਹਦੇ ਵਿੱਚ ਵੀ ਤੁਸੀਂ ਉਹ ਕੀ ਕਹਿੰਦੇ ਪੱਖਪਾਤ ਕਰਦੇ, ਕੀ ਕਹਿਣਾ ਚਾਹੁੰਦੇ ਹੋ? हमारे द्वारा शुगर मिल मुकेरिया एक ऐसी फैक्ट्री है जिसमें 100% सही तरीके से कैलेंडर सिस्टम लागू है। यदि कोई जिम्मेदार भाई ये कहता है कि किसी को पर्ची गलत मिल रही है या पेमेंट आगे पीछे है, पिछले साल का हमारा पेमेंट नील है। मैंने अभी जत्थेबंदी साहब के बीच में अपना स्टेटमेंट दिया कि यदि कोई जिम्मेदार भाई किसी का पेमेंट पिछला पेंडिंग है वो अपना पर्ची लेके आ जाए और ये न्यूज़पेपर में भी निकाल दिया जाए। रही पर्ची की बात, ट्रांसपेरेंसी है, जितना नंबर जाता हो नंबर हम अपना नोटिस बोर्ड पे लगा देते हैं, उसकी लिस्ट हम यहाँ लगा रहे हैं। उसके बावजूद यदि कोई जिम्मेदार भाई कह रहा है कि उसमें कोई कमी है वो हमारी नॉलेज में लाया जाए, हम उसे सही तरीके से उसे दुरुस्त